सत श्री अकाल प्यारे विद्यार्थियों, मैं डॉक्टर बिंदु कैंथ तुहाडा अपना अध्यापक बाबा गोला सरकारी सीनियर सैकेंडरी स्कूल बंगा जिला शहीद भगत सिंह नगर तो हाजिर हाँ तुहाडे नाल नवां चैप्टर मौलिक अधिकार लैके। मौलिक अधिकारां बारे जानन तो पहले असी पहले ये जाणांगे भी असल च अधिकार हुंदे की है, अधिकारां दीयां किस्मां, अधिकारां दी जरूरत, अधिकारां दी महत्ता, विशेषतावां बारे गल करांगे। आस है तुसी सारे ध्यान नाल सुनोगे। प्यारे विद्यार्थियों, असी अज पढ़न जा रहे हैं मौलिक अधिकार। मौलिक अधिकारां नूं इंग्लिश दे विच फंडामेंटल राइट्स भी कहा जाता है। तुसी 10वीं च भी ये बड़े ध्यान नाल पढ़े होवोगे। मौलिक अधिकारां बारे जानकारी लैण तो पहले असी ये देखांगे भी अधिकार हुंदे की है। Rights, the facilities that are provided to an individual by the state are called rights। ਉਹ ਵਾਲੀਆਂ सहूलतां ਜਿਹੜੀਆਂ ਕਿਸੇ ਵੀ ਸਟੇਟ ਵੱਲੋਂ, ਕਿਸੇ ਵੀ ਰਾਜ ਵੱਲੋਂ ਆਪਣੇ ਰਾਜ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਜੋ सहूलतां ਦਿੱਤੀਆਂ ਜਾਂਦੀਆਂ ਆ, ਉਹਨਾਂ ਨੂੰ ਕਿਹਾ ਜਾਂਦਾ ਹੈ ਰਾਈਟਸ। प्रोफैसर लास्की की बड़ी अच्छी डेफिनेशन है कि राज, कोई भी राज अपने द्वारा दिते हुए अधिकारां तो पछाणिया जाता है। आपां कोई भी जगह देख लो, जिद्दां लुधियाना फेमस हैगा आ वूलन गारमेंट्स वास्ते, उन वास्ते मशहूर है। जलंधर च आपां स्पोर्ट्स दी गल्लां करदे हां। उस तरीके दे नाल कोई भी जिहड़ा स्टेट हैगा आ, कोई भी राज जिहड़ा आ, राज हुण आपां इत्थे स्टेटां दी गल नहीं कर रहे, ਆਪਾਂ ਇੱਥੇ ਦੇਸ਼ ਦੀ ਗੱਲ ਕਰ ਰਹੇ ਹਾਂ ਵੀ ਕੋਈ ਵੀ ਦੇਸ਼ ਆਪਣੇ ਅਧਿਕਾਰਾਂ ਤੋਂ, ਜੋ ਉਹਨੇ ਆਪਣੇ ਨਾਗਰਿਕਾਂ ਨੂੰ ਅਧਿਕਾਰ ਦਿੱਤੇ ਆ, ਉਹਨਾਂ ਤੋਂ ਉਹਦੀ ਪਛਾਣ ਬਣਦੀ ਹੈ। ਇਹ ਅਧਿਕਾਰਾਂ ਦੇ ਨਾਲ ਬੱਚੇ ਦਾ ਮੋਰਲ, ਸੋਸ਼ਲ, ਰਾਜਨੀਤਿਕ, ਸਮਾਜਿਕ, ਮਾਨਸਿਕ ਹਰ ਤਰ੍ਹਾਂ ਦਾ ਵਿਕਾਸ ਜਿਹੜਾ ਆ ਉਹ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਹੈ। ਵਾਈਲਡ ਦੀ ਇੱਕ ਡੈਫੀਨੇਸ਼ਨ ਹੈ कि अधिकार कुछ विशेष काम करन लई सुतंत्रता की उचित मंग है। अधिकार की है भी आपां इदां दी सुतंत्रता चाहते हैं जिहदे नाल आपां कोई स्पैशल काम करना चाहते हैं, उहदे वास्ते सानूं सुतंत्रता की लोड़ आ, उहदे लई आपां मंग कर सकते हैं। जे आपां देखिए हुण तुसीं सारे बच्चे स्टूडेंट्स स्कूल आंदे आ, मापिਆਂ ਦੀ मर्जी ਦੇ ਨਾਲ आंदे आ, है ना। माँ बाप ने तुहानूं सुतंत्रता दे दी भी तुहाडी इच्छा है तुसीं की करना चाहते हैं, मैडिकल स्ट्रीम रखना, आर्ट्स रखना चाहते हैं, कॉमर्स रखना चाहते हैं, जो भी तुहानूं वधिया लगदा है तुसीं वो वाला स्ट्रीम चूज़ कर सकते हैं। जिहड़ा स्ट्रीम चूज़ करना है वो हैगा तुहाडा विशेष मंग, उहदे वास्ते तुहानूं सुतंत्रता दे दी पेरेंट्स ने। ਜਿਹੜੀ ਇਹ ਸੁਤੰਤਰਤਾ ਹੈ ਵੀ ਅਸੀਂ ਕਿਹੜਾ ਸਟਰੀਮ ਆਪਣੀ ਮਰਜ਼ੀ ਦਾ ਚੁਣਨਾ ਚਾਹੁੰਦੇ ਹਾਂ, ਕੀ ਅਸੀਂ ਬਣਨਾ ਚਾਹੁੰਦੇ ਹਾਂ ਜ਼ਿੰਦਗੀ ਵਿੱਚ, ਇਹਨੂੰ ਅਧਿਕਾਰ ਕਹਿੰਦੇ ਆ। A right is a reasonable claim to the freedom in the exercise of certain activities। ਵੀ ਉਹ ਅਧਿਕਾਰ ਜੋ ਕੋਈ ਖਾਸ ਕੰਮ ਕਰਨ ਲਈ ਅਸੀਂ ਜਦੋਂ ਸੁਤੰਤਰਤਾ ਦੀ ਮੰਗ ਕਰਦੇ ਹਾਂ, ਉਹਨੂੰ ਅਧਿਕਾਰ ਕਿਹਾ ਜਾਂਦਾ ਹੈ। ਅਧਿਕਾਰ ਦੀਆਂ ਕਈ ਕਿਸਮਾਂ ਹਨ, ਜਿੱਦਾਂ ਕੁਦਰਤੀ ਅਧਿਕਾਰ ਹੁੰਦੇ ਹੈ, ਨੈਤਿਕ ਅਧਿਕਾਰ ਹੁੰਦੇ ਹੈ, ਕਾਨੂੰਨੀ ਅਧਿਕਾਰ, ਫਿਰ ਮੌਲਿਕ ਅਧਿਕਾਰ। ਜਿਹੜੇ ਕਾਨੂੰਨੀ ਅਧਿਕਾਰ ਹੈ ਉਹ ਅੱਗੋਂ ਉਹਨਾਂ ਦੀਆਂ ਹੋਰ ਕੈਟਾਗਰੀਜ਼ ਆ, ਸਮਾਜਿਕ ਅਧਿਕਾਰ, ਆਰਥਿਕ ਅਧਿਕਾਰ ਅਤੇ ਰਾਜਨੀਤਿਕ ਅਧਿਕਾਰ। ਹੁਣ ਕਈ ਵਾਰੀ ਪੇਪਰ 'ਚ ਛੋਟਾ ਕੁਐਸਚਨ ਆ ਜਾਂਦਾ ਆ 2 ਨੰਬਰ ਦਾ, ਬਈ ਅਧਿਕਾਰਾਂ ਦੀਆਂ ਕਿਸਮਾਂ ਦੇ ਨਾਮ ਲਿਖੋ, ਜਾਂ ਨੈਤਿਕ ਅਧਿਕਾਰ ਦੀਆਂ ਕਿਸਮਾਂ ਲਿਖੋ, ਜਾਂ ਕਾਨੂੰਨੀ ਅਧਿਕਾਰ ਕਿੰਨੇ ਤਰ੍ਹਾਂ ਦੇ ਹੁੰਦੇ ਆ। ਇੱਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਕਈ ਵਾਰੀ ਆਪਾਂ 2 ਨੰਬਰ ਦੇ ਪੁੱਛ ਲੈਂਦੇ ਹਾਂ। ਸੋ ਬੇਟੇ ਜੇ ਕੋਈ ਤੁਹਾਨੂੰ ਜ਼ਰੂਰੀ ਗੱਲ, ਮਤਲਬ ਜਿਹੜੀ ਲੱਗਦਾ ਹੈ ਵੀ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਤੁਹਾਡੇ ਲਈ ਜ਼ਰੂਰੀ ਹੈ, ਮੈਂ ਤਾਂ ਕਹੂੰਗੀ ਵੀ ਤੁਸੀਂ ਇਹਨਾਂ ਨੂੰ ਨੋਟ ਕਰ ਲਓ, ਜਿਹੜੇ ਅਸੀਂ ਕੁਐਸਚਨ ਫਾਰਮ ਦੇ ਵਿੱਚ ਤੁਹਾਨੂੰ ਕੋਈ ਕੁਐਸਚਨ ਦੱਸ ਰਹੀ ਹਾਂ ਮੈਂ। ਤਾਂ ਸਭ ਤੋਂ ਪਹਿਲੇ ਜਿਹੜੇ ਕਾਨੂੰਨੀ ਅਧਿਕਾਰਾਂ ਦੇ ਵਿੱਚ, ਨੈਚੁਰਲ ਰਾਈਟਸ ਜਿਹੜੇ ਆ, ਸਾਡੇ ਕੁਦਰਤੀ ਜਿਹੜੇ ਅਧਿਕਾਰ ਆ, ਉਹਦੀ ਆਪਾਂ ਗੱਲ ਕਰਾਂਗੇ ਵੀ ਕੁਦਰਤੀ ਅਧਿਕਾਰ ਉਹ ਅਧਿਕਾਰ ਹੁੰਦੇ ਆ ਜਿਹੜੇ ਸਾਨੂੰ ਕੁਦਰਤ ਵੱਲੋਂ
ਬਿਨਾਂ ਕੋਈ ਐਫਰਟ ਕੀਤੇ ਜਿਹੜੇ ਸਾਨੂੰ ਅਧਿਕਾਰ ਮਿਲਦੇ ਆ। ਅਸੀਂ ਦੁਨੀਆ 'ਚ ਪੈਦਾ ਹੋ ਗਏ, ਦੁਨੀਆ 'ਚ ਆਏ, ਹਵਾ, ਪਾਣੀ, ਸੂਰਜ ਦੀ ਰੌਸ਼ਨੀ, ਇਹ ਸਾਰੇ ਕੁਦਰਤੀ ਅਧਿਕਾਰ ਕੀ ਹੈ? ਸਾਨੂੰ ਇਹਦੇ ਲਈ ਕੋਈ ਜਦੋਜਹਿਦ ਨਹੀਂ ਕਰਨੀ ਪਈ, ਇਹ ਸਾਨੂੰ ਪੈਦਾ ਹੋਏ ਤਾਂ ਮਿਲ ਗਏ। ਇਹਦੇ ਵਿੱਚ ਕੋਈ ਸਾਡੇ ਨਾਲ ਭੇਦਭਾਵ ਵੀ ਨਹੀਂ ਕਰ ਸਕਦਾ ਵੀ ਸੂਰਜ ਦੀ ਰੌਸ਼ਨੀ ਅੱਧਿਆਂ ਲਈ ਹੈ ਅਤੇ ਅੱਧਿਆਂ ਲੋਕਾਂ ਵਾਸਤੇ ਨਹੀਂ ਹੈਗੀ। ਕੁਦਰਤ ਨੇ ਸਾਨੂੰ ਜੀਣ ਦਾ ਅਧਿਕਾਰ ਦਿੱਤਾ। ਕੁਦਰਤ ਨੇ ਸਾਨੂੰ, ਦੇਖੋ, ਜੇ ਇੱਕ ਦਿਨ ਸੂਰਜ ਨਾ ਨਿਕਲੇ ਤਾਂ ਆਪਾਂ ਕਹਿ ਦਿੰਦੇ ਹਾਂ ਬਈ ਅੱਜ ਵਧੀਆ ਦਿਨ ਨਹੀਂ ਚੜ੍ਹਿਆ। ਤਾਂ ਕੁਦਰਤ ਇਹ ਭੇਦਭਾਵ ਨਹੀਂ ਕਰਦੀ, ਸੂਰਜ ਅੱਧਿਆਂ ਲਈ ਨਹੀਂ ਨਿਕਲਿਆ ਅਤੇ ਅੱਧਿਆਂ ਲਈ ਨਿਕਲ ਗਿਆ ਆ। ਜੇ ਸੂਰਜ ਨਹੀਂ ਨਿਕਲਿਆ ਤਾਂ ਨਹੀਂ ਨਿਕਲਿਆ, ਉਹ ਸਾਰਿਆਂ ਲਈ ਫਿਰ ਕਾਮਨ ਆ। ਦੂਸਰਾ ਜਿਹੜੇ ਹੈ ਸਾਡੇ ਹੈ ਨੈਤਿਕ ਅਧਿਕਾਰ। ਇਹ ਉਹ ਵਾਲੇ ਅਧਿਕਾਰ ਆ ਜਿਹੜੇ ਸਾਨੂੰ ਸਮਾਜ ਦੇ ਵਿੱਚ ਵਿਚਰਨ ਦਾ ਤਰੀਕਾ ਦੱਸਦੇ ਆ। ਨੈਤਿਕ ਅਧਿਕਾਰ ਅਸੀਂ ਆਪਣੇ ਆਲੇ ਦੁਆਲੇ ਤੋਂ, ਆਪਣੇ ਪਰਿਵਾਰ ਤੋਂ ਸਿੱਖਦੇ ਹਾਂ। ਅਸੀਂ ਕਿੱਦਾਂ ਦੀ ਪਰਸਨੈਲਿਟੀ ਬਣਾਉਣੀ ਹੈ, ਕਿੱਦਾਂ ਦਾ ਅਸੀਂ ਸਮਾਜ ਦੇ ਵਿੱਚ ਲੋਕਾਂ ਨਾਲ ਆਪਣਾ ਐਟੀਟਿਊਡ ਰੱਖਣਾ ਆ, ਕਿੱਦਾਂ ਦਾ ਸਾਡਾ ਸੁਭਾਅ ਹੋਵੇ। ਤਾਂ ਇਹ ਜਿਹੜੇ ਨੈਤਿਕ ਅਧਿਕਾਰ ਆ ਇਹ ਸਾਨੂੰ ਸਿਖਾਏ ਨਹੀਂ ਜਾਂਦੇ, ਇਹ ਅਸੀਂ ਆਪਣੇ ਪਰਿਵਾਰ ਤੋਂ ਸਿੱਖਦੇ ਹਾਂ। ਕਿੱਦਾਂ ਅਸੀਂ ਕਿਸੇ ਦਾ ਰਿਸਪੈਕਟ ਕਰਨੀ ਹੈ, ਛੋਟਿਆਂ ਨਾਲ ਕਿੱਦਾਂ ਅਸੀਂ ਪਿਆਰ ਨਾਲ ਰਹਿਣਾ ਆ, ਵੱਡਿਆਂ ਨਾਲ ਅਸੀਂ ਕਿੱਦਾਂ ਰਹਿਣਾ ਆ, ਆਪਣੇ ਹਮ ਉਮਰ ਦੋਸਤਾਂ ਨਾਲ ਕਿਸ ਤਰ੍ਹਾਂ ਅਸੀਂ ਅੱਛੇ ਦੋਸਤ ਬਣ ਕੇ ਉਹਨਾਂ ਦੇ ਰਹਿਣਾ ਆ। ਇਹ ਹੁੰਦੇ ਆ ਨੈਤਿਕ ਅਧਿਕਾਰ। ਔਰ ਇਹਦੇ ਵਿੱਚ ਕਾਨੂੰਨ ਦੀ ਕੋਈ ਦਖਲਅੰਦਾਜ਼ੀ ਨਹੀਂ। ਕਾਨੂੰਨ ਸਾਨੂੰ ਜ਼ਬਰਦਸਤੀ ਕੰਪੈਲ ਨਹੀਂ ਕਰ ਸਕਦਾ ਵੀ ਤੁਸੀਂ ਆਪਣੇ ਦੋਸਤਾਂ ਦੀ ਰਿਸਪੈਕਟ ਕਰਨੀ ਹੈ, ਉਹਨਾਂ ਦੇ ਬਾਰੇ ਮਾੜਾ ਨਹੀਂ ਬੋਲਣਾ, ਉਹਨਾਂ ਨੂੰ ਵਧੀਆ ਹੀ ਕਹਿਣਾ ਹਮੇਸ਼ਾ। ਇਹਦੇ ਵਿੱਚ ਕਾਨੂੰਨ ਦੀ ਕੋਈ ਦਖਲਅੰਦਾਜ਼ੀ ਨਹੀਂ, ਕਿਉਂਕਿ ਆਪਾਂ ਦੇਖਦੇ ਹਾਂ ਜਦੋਂ ਦੋਸਤਾਂ ਨਾਲ ਬਹਿੰਦੇ ਹਾਂ ਸਾਡਾ ਗੱਲਾਂ ਕਰਨ ਦਾ ਲਹਿਜਾ ਹੋਰ ਹੁੰਦਾ ਆ, ਜਦੋਂ ਅਸੀਂ ਆਪਣੇ ਪੇਰੈਂਟਸ ਨਾਲ ਬੈਠੇ ਹੁੰਦੇ ਹਾਂ ਸਾਡਾ ਲਹਿਜਾ ਹੋਰ ਹੁੰਦਾ ਆ। ਤਾਂ ਸਾਨੂੰ ਨੋਬਡੀ ਕੈਨ ਕੰਪੈਲ ਅਸ ਵੀ ਅਸੀਂ ਕਿੱਦਾਂ, ਕਿਹੜੀ ਗੱਲ ਨੂੰ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ। ਕਾਨੂੰਨੀ ਅਧਿਕਾਰ ਇਹ ਸਾਡਾ ਅਗਲੀ ਕਿਸਮ ਹੈ। ਇਹ ਉਹ ਅਧਿਕਾਰ ਹੈ ਜੋ ਵਿਕਾਸ ਵਾਸਤੇ ਜ਼ਰੂਰੀ ਹੈ। ਵਿਕਾਸ ਕਿਸ ਤਰ੍ਹਾਂ? ਸਾਡਾ ਮਾਨਸਿਕ ਵਿਕਾਸ, ਸਾਡਾ ਸਮਾਜਿਕ ਵਿਕਾਸ, ਸਾਡਾ ਪਰਿਵਾਰਕ ਵਿਕਾਸ। ਇਹਦੇ ਵਿੱਚ ਜੀਣ ਦਾ ਅਧਿਕਾਰ ਮਿਲ ਜਾਂਦਾ ਸਾਨੂੰ, ਵੀ ਸਾਡੀ ਲਾਈਫ ਸਿਕਿਉਰ ਹੋ ਜਾਂਦੀ ਹੈ। ਪਰਿਵਾਰ ਬਣਾਉਣ ਦਾ ਸਾਨੂੰ ਅਧਿਕਾਰ ਮਿਲ ਜਾਂਦਾ ਆ। ਅਸੀਂ ਜਦੋਂ ਉਮਰ ਆ ਜਾਂਦੀ ਹੈ ਵਿਆਹ ਕਰਵਾ ਸਕਦੇ ਹਾਂ, ਪਰਿਵਾਰ ਬਣਾ ਸਕਦੇ ਹਾਂ, ਆਪਣਾ ਬੱਚੇ ਪੈਦਾ ਕਰ ਸਕਦੇ ਹਾਂ। ਨਿੱਜੀ ਸੁਤੰਤਰਤਾ ਦਾ ਅਧਿਕਾਰ ਮਿਲ ਜਾਂਦਾ ਹੈ, ਕਿਉਂਕਿ ਹਰ ਬੰਦਾ ਚਾਹੁੰਦਾ ਆ, ਪ੍ਰਾਈਵੇਸੀ ਚਾਹੁੰਦਾ ਆ। ਔਰ ਉਹਦੀ ਪ੍ਰਾਈਵੇਸੀ ਦੇ ਵਿੱਚ ਜੇ ਕੋਈ ਡਿਸਟਰਬੈਂਸ ਕ੍ਰੀਏਟ ਕਰਦਾ ਹੈ, ਜੇ ਉਹਦੀ ਪ੍ਰਾਈਵੇਸੀ ਨੂੰ ਕੋਈ ਡਿਸਟਰਬ ਕਰਦਾ ਆ ਤਾਂ ਉਹ ਕਾਨੂੰਨ ਦਾ ਦਰਵਾਜ਼ਾ ਖੜਕਾ ਸਕਦੇ ਆ। ਕਾਨੂੰਨੀ ਅਧਿਕਾਰ ਤੋਂ ਬਾਅਦ ਆਪਾਂ ਗੱਲ ਕਰਾਂਗੇ ਆਰਥਿਕ ਅਧਿਕਾਰ ਦੀ। ਆਰਥਿਕ ਅਧਿਕਾਰ ਦਾ ਸਿੱਧਾ ਅਰਥ ਜਿਹੜਾ ਆ ਉਹ ਅਰਥ ਵਿਵਸਥਾ ਦੇ ਨਾਲ ਜੁੜਿਆ ਹੋਇਆ ਆ, ਪੈਸੇ ਦੇ ਨਾਲ ਜੁੜਿਆ ਆ। ਆਰਥਿਕ ਅਧਿਕਾਰ ਤੋਂ ਭਾਵ ਕਿ ਹਰ ਬੰਦੇ ਨੂੰ, ਚਾਹੇ ਉਹ ਅਨਪੜ੍ਹ ਆ ਚਾਹੇ ਉਹ ਪੜ੍ਹਿਆ ਲਿਖਿਆ ਆ, ਉਹ ਰੋਜੀ ਰੋਟੀ ਕਮਾਉਣ ਦਾ ਉਹਨੂੰ ਅਧਿਕਾਰ ਮਿਲ ਜਾਂਦਾ ਆ। ਇਹ ਉਹਦੇ ਉੱਤੇ ਮੁਨਸਰ ਆ ਵੀ ਉਹਨੇ ਕਿਹੜਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਆ, ਲਿਖਾਉਣਾ ਆ, ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਨਾ ਆ। ਇਹ ਸਾਰਾ ਕੁਛ ਉਹਦੇ ਉੱਪਰ ਹੈ। ਮਜ਼ਦੂਰੀ ਕਰਨ ਦਾ ਅਧਿਕਾਰ ਮਿਲ ਜਾਂਦਾ ਆ। ਜਦੋਂ ਆਪਾਂ ਕੰਮ ਕਰਦੇ ਹਾਂ ਫਿਰ ਸੰਪੱਤੀ ਬਣਾਉਣ ਦੀਆਂ ਵੀ ਅਸੀਂ ਸਕੀਮਾਂ ਲਾਉਣ ਲੱਗ ਜਾਂਦੇ ਵੀ ਮੇਰੇ ਕੋਲ ਇੰਨੀ ਪ੍ਰੋਪਰਟੀ ਹੋਵੇ, ਤਾਂ ਸੰਪੱਤੀ ਦਾ ਅਧਿਕਾਰ ਵੀ ਮਿਲ ਜਾਂਦਾ ਆ। ਫਿਰ ਸਾਰਾ ਦਿਨ ਆਪਾਂ ਕੰਮ ਹੀ ਨਹੀਂ ਕਰਦੇ ਰਹਿੰਦੇ, ਆਰਾਮ ਕਰਨ ਦਾ ਅਧਿਕਾਰ ਮਿਲ ਜਾਂਦਾ ਆ। ਸਾਡੇ ਸੰਵਿਧਾਨ ਨੇ ਸਾਡੇ ਕੰਮ ਦੇ ਘੰਟੇ ਨਿਸ਼ਚਿਤ ਕੀਤੇ ਹੋਏ ਆ ਵੀ ਅਸੀਂ ਕਿੰਨੇ ਤੋਂ ਕਿੰਨੇ ਵਜੇ ਤੱਕ ਕੰਮ ਕਰਨਾ ਆ। ਅਸੀਂ ਕੋਈ ਬਾਊਂਡਡ ਲੇਬਰ ਵਾਂਗੂ ਕੰਮ ਨਹੀਂ ਕਰਨਾ ਵੀ ਲਗਾਤਾਰ ਲੱਗੇ ਹੀ ਰਹਿਣਾ ਸਾਰਾ ਦਿਨ। ਉਹਦੇ ਵਾਸਤੇ ਕੁਛ ਘੰਟੇ ਨਿਸ਼ਚਿਤ ਕੀਤੇ ਗਏ ਆ। ਉਸ ਤੋਂ ਬਾਅਦ ਆ ਜਾਂਦਾ ਜੀ ਸਾਡਾ ਨਿਸ਼ਚਿਤ ਸੁਰੱਖਿਆ ਦਾ ਅਧਿਕਾਰ, ਵੀ ਸਾਡੀ ਸੁਰੱਖਿਆ, ਆਰਥਿਕ ਸੁਰੱਖਿਆ ਵੀ ਨਿਸ਼ਚਿਤ ਹੋ ਜਾਂਦੀ ਹੈ। ਕਿਉਂਕਿ ਜਦੋਂ ਅਸੀਂ ਕੰਮ ਕਰਦੇ ਹਾਂ ਫਿਰ ਅਸੀਂ ਜਦੋਂ ਪੈਸਾ ਕਮਾਉਂਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਆ ਵੀ ਅਸੀਂ ਜੇ ਕਿਸੇ ਵੇਲੇ ਲੋੜ ਪਵੇ ਤਾਂ ਅਸੀਂ ਕਿੱਦਾਂ ਆਪਣਾ ਪੈਸਾ, ਕਿਸ ਤਰ੍ਹਾਂ ਆਪਣੀ ਸਮੱਸਿਆ ਦਾ ਹੱਲ ਆਪਣੇ ਪੈਸੇ ਨਾਲ ਕਰ ਸਕਦੇ ਹਾਂ। ਆਰਥਿਕ ਸੁਰੱਖਿਆ ਤੋਂ ਬਾਅਦ ਰਾਜਨੀਤਿਕ ਅਧਿਕਾਰ ਮਿਲ ਜਾਂਦੇ ਆ। ਰਾਜਨੀਤਿਕ ਅਧਿਕਾਰ ਤੁਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣੂ ਆ ਕਿ ਨਾਮ ਤੋਂ ਹੀ
ਬੜਾ ਕਲੀਅਰ ਹੈਗਾ ਕਿ ਰਾਜਨੀਤਿਕ ਜਿਹੜੇ ਅਧਿਕਾਰ ਆ ਇਹ ਰਾਜਨੀਤਿਕ ਕੰਮਾਂ ਨਾਲ ਸੰਬੰਧ ਰੱਖਦੇ ਆ, ਜਿਵੇਂ ਵੋਟ ਪਾਉਣ ਦਾ ਅਧਿਕਾਰ, ਚੋਣਾਂ ਲੜਨ ਦਾ ਅਧਿਕਾਰ। ਤੁਹਾਡੇ 'ਚੋਂ ਕਿਸੇ ਨੂੰ ਲੱਗਦਾ ਹੈ ਵੀ ਸੇਵਾ ਜਿਹੜੀ ਆਪਾਂ ਰਾਜਨੀਤੀ ਵਿੱਚ ਆ ਕੇ ਕਰ ਸਕਦੇ ਹਾਂ, ਤਾਂ ਤੁਸੀਂ ਚੋਣ ਲੜਨ ਦਾ ਅਧਿਕਾਰ ਮਿਲ ਜਾਂਦਾ ਆ, ਕੋਈ ਅਹੁਦਾ ਪ੍ਰਾਪਤ ਕਰਨ ਦਾ ਅਧਿਕਾਰ ਮਿਲ ਜਾਂਦਾ ਆ, ਰਾਜਨੀਤਿਕ ਦਲ ਬਣਾ ਸਕਦੇ ਆ ਤੁਸੀਂ ਆਪਣੀ ਮਰਜ਼ੀ ਨਾਲ ਜੇ ਲੱਗੇ ਤਾਂ। ਇਹ ਸਾਨੂੰ ਇੰਨੇ ਕੁ ਆਜ਼ਾਦੀ ਮਿਲੀ ਹੋਈ ਹੈ ਵੀ ਜੇ ਸਾਡਾ ਕੋਈ ਸਰਕਾਰ ਤੋਂ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਜਾਂ ਅਸੀਂ ਸਰਕਾਰ ਦੇ ਕਿਸੇ ਕੰਮ ਤੋਂ ਸਹਿਮਤ ਨਹੀਂ ਹੈਗੇ, ਤਾਂ ਅਸੀਂ ਪ੍ਰਾਰਥਨਾ ਪੱਤਰ, ਜਿਹਨੂੰ ਮੰਗ ਪੱਤਰ ਵੀ ਕਿਹਾ ਜਾਂਦਾ ਆ, ਆਪਾਂ ਅਖਬਾਰਾਂ 'ਚ ਰੋਜ਼ ਪੜ੍ਹਦੇ ਹਾਂ, ਅਧਿਆਪਕਾਂ ਨੇ ਮੰਗ ਪੱਤਰ ਦਿੱਤਾ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ, ਡਾਕਟਰਸ ਨੇ ਆਪਣਾ ਮੰਗ ਪੱਤਰ ਦਿੱਤਾ, ਵੀ ਆਪਣੀ ਗੱਲ ਸਰਕਾਰ ਤੱਕ ਅਸੀਂ ਕਿੱਦਾਂ ਪਹੁੰਚਾਉਣੀ ਹੈ। ਜ਼ਰੂਰੀ ਨਹੀਂ ਹਰ ਵੇਲੇ ਆਪਾਂ ਸਰਕਾਰੀ ਚੀਜ਼ਾਂ ਦੀ ਟੁੱਟ ਭੱਜ ਕਰਕੇ ਹੀ, ਤੋੜ ਭੰਨ ਕਰਕੇ ਹੀ ਆਪਣੀ ਗੱਲ ਸਰਕਾਰ ਤੱਕ ਪਹੁੰਚਾ ਸਕਦੇ ਹਾਂ। ਇੱਕ ਸ਼ਾਂਤਮਈ ਤਰੀਕਾ ਆ ਮੰਗ ਪੱਤਰ ਦੇ ਕੇ। ਇਹ ਵਾਲਾ ਅਧਿਕਾਰ ਵੀ ਸਾਨੂੰ ਰਾਜਨੀਤਿਕ ਅਧਿਕਾਰਾਂ ਦੇ ਥਰੂ ਮਿਲ ਜਾਂਦਾ ਆ। ਹੁਣ ਆਪਾਂ ਅਧਿਕਾਰਾਂ ਦੀਆਂ ਕਿਸਮਾਂ ਤੋਂ ਬਾਅਦ ਜਿਹੜੀ ਅਗਲੀ ਗੱਲ, ਸਾਡਾ ਮੇਨ ਟੌਪਿਕ ਹੈ, ਉਹ ਹੈਗਾ ਸਾਡਾ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਨੂੰ ਮੌਲਿਕ ਅਧਿਕਾਰ ਵੀ ਕਿਹਾ ਜਾਂਦਾ ਆ। ਜਿਹੜਾ ਇਹ ਫੰਡਾਮੈਂਟਲ ਰਾਈਟਸ ਦਾ ਕੰਸੈਪਟ ਸੀਗਾ, ਇਹ USA ਦੇ ਸੰਵਿਧਾਨ ਤੋਂ ਇੰਸਪਾਇਰ ਹੋ ਕੇ ਲਿਆ ਗਿਆ। ਜਿੱਦਾਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ, 1947 ਵਿੱਚ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ, ਨਵਾਂ ਸੰਵਿਧਾਨ ਬਣਾਉਣਾ ਪੈਣਾ ਸੀਗਾ, ਨਵੀਆਂ ਸਰਕਾਰਾਂ ਬਣੀਆਂ, ਲੋਕਾਂ ਦੇ ਹੱਥਾਂ 'ਚ ਉਸ ਵੇਲੇ ਰਾਜ ਕਰਨ ਦੀ ਆਜ਼ਾਦੀ ਮਿਲੀ ਉਸ ਵੇਲੇ। ਔਰ ਰਾਜ ਕਰਨ ਲਈ, ਸਰਕਾਰ ਨੂੰ ਚਲਾਉਣ ਲਈ, ਦੇਸ਼ ਨੂੰ ਵਧੀਆ ਢਾਂਚੇ ਵਿੱਚ ਢਾਲਣ ਵਾਸਤੇ ਉਸ ਵੇਲੇ ਸਭ ਤੋਂ ਜ਼ਿਆਦਾ ਲੋੜ ਸੀਗੀ ਦੇਸ਼ ਦਾ ਇੱਕ ਸੰਵਿਧਾਨ ਹੋਵੇ। ਔਰ ਦੇਸ਼ ਦਾ ਸੰਵਿਧਾਨ ਕਿੱਦਾਂ ਬਣਾਉਣਾ ਆ, ਕਿਸ ਤਰ੍ਹਾਂ ਦਾ ਦੇਸ਼ ਦਾ ਸੰਵਿਧਾਨ ਹੋਵੇ ਵੀ ਸਾਰੇ ਲੋਕਾਂ ਨੂੰ ਹਰ ਚੀਜ਼ ਵਧੀਆ ਮਿਲੇ, ਤਾਂ ਇਹਦੇ ਵਾਸਤੇ ਉਸ ਵੇਲੇ ਜਿਹੜੀ ਕੌਂਸਟੀਟਿਊਐਂਟ ਇੱਕ ਅਸੈਂਬਲੀ ਬਣੀ ਸੀ, ਉਹਦੇ ਵਿੱਚ ਇੱਕ ਡਰਾਫਟਿੰਗ ਕਮੇਟੀ ਬਣਾਈ ਗਈ ਸੀ, ਜਿਹਦਾ ਚੇਅਰਮੈਨ ਡਾਕਟਰ BR ਅੰਬੇਡਕਰ ਨੂੰ ਬਣਾਇਆ ਗਿਆ ਸੀ। ਔਰ BR ਅੰਬੇਡਕਰ ਨੇ ਉਸ ਵੇਲੇ ਕਈ ਦੇਸ਼ਾਂ ਦੇ ਸੰਵਿਧਾਨਾਂ ਨੂੰ ਪੜ੍ਹਿਆ, ਅਮਰੀਕਾ ਦਾ ਪੜ੍ਹਿਆ, ਇੰਗਲੈਂਡ ਦਾ ਪੜ੍ਹਿਆ, ਆਇਰਲੈਂਡ ਦਾ ਪੜ੍ਹਿਆ, ਸਵਿਟਜ਼ਰਲੈਂਡ ਦਾ, ਸਾਰੇ ਦੇਸ਼ਾਂ ਦੇ ਜਿਹੜੀਆਂ ਹਰ ਦੇਸ਼ ਦੇ ਸੰਵਿਧਾਨ ਦੀਆਂ ਵਧੀਆ ਗੱਲਾਂ ਸੀ, ਉਹ ਡਾਕਟਰ BR ਅੰਬੇਡਕਰ ਨੇ ਉਹ ਚੀਜ਼ਾਂ ਜੋ ਦੂਸਰੇ ਦੇਸ਼ਾਂ ਦੇ ਸੰਵਿਧਾਨ ਵਾਸਤੇ ਵਧੀਆ ਸੀ, ਉਹਨਾਂ ਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਜਗ੍ਹਾ ਦਿੱਤੀ। ਅਤੇ ਉਹਦੇ ਵਿੱਚ ਜਦੋਂ ਮੌਲਿਕ ਅਧਿਕਾਰਾਂ ਦੀ ਗੱਲ ਕਰੀਏ ਤਾਂ ਮੌਲਿਕ ਅਧਿਕਾਰ USA, ਜਿਹਨੂੰ ਆਪਾਂ ਸੰਯੁਕਤ ਰਾਸ਼ਟਰ ਅਮਰੀਕਾ ਕਹਿੰਦੇ ਹਾਂ, ਉਸ ਦੇ ਸੰਵਿਧਾਨ ਦੇ ਵਿੱਚੋਂ ਇਹ ਵਾਲਾ ਕੰਸੈਪਟ ਲਿਆ ਸੀਗਾ। USA ਦੇ ਵਿੱਚ ਜਿਹੜੇ ਫੰਡਾਮੈਂਟਲ ਰਾਈਟਸ ਹੈ, ਇਹਨਾਂ ਨੂੰ ਬਿੱਲ ਆਫ ਰਾਈਟਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਈ ਦੇਸ਼ ਇਹਨਾਂ ਨੂੰ ਬੇਸਿਕ ਰਾਈਟਸ ਵੀ ਕਹਿ ਦਿੰਦੇ ਆ, ਪਰ ਭਾਰਤ ਦੇ ਵਿੱਚ ਇਹਨਾਂ ਨੂੰ ਫੰਡਾਮੈਂਟਲ ਰਾਈਟਸ ਕਿਹਾ ਜਾਂਦਾ ਹੈ। ਅੱਛਾ ਬੱਚੋ, ਤੁਸੀਂ ਇਹ ਦੱਸੋ ਕਿ ਜਦੋਂ ਭਾਰਤ ਦਾ ਸੰਵਿਧਾਨ ਬਣਿਆ ਤਾਂ ਕਿੰਨਾ ਟਾਈਮ ਲੱਗਿਆ ਸੀ ਦੇਸ਼ ਦਾ ਸੰਵਿਧਾਨ ਬਣਨ ਨੂੰ? ਤਾਂ ਇਹਦਾ ਜਵਾਬ ਹੈ ਕਿ ਉਸ ਵੇਲੇ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਸੀਗੇ ਸਾਡੀ ਉਸ ਕਮੇਟੀ ਨੂੰ ਦੇਸ਼ ਦਾ ਸੰਵਿਧਾਨ ਬਣਾਉਣ ਦੇ ਵਿੱਚ। 2 ਸਾਲ 11 ਮਹੀਨੇ ਅਤੇ 18 ਦਿਨ ਬਾਅਦ ਜਿਹੜੀ ਇਹ ਸਾਡੀ ਡਰਾਫਟਿੰਗ ਕਮੇਟੀ ਸੀ, ਕੌਂਸਟੀਟਿਊਐਂਟ ਅਸੈਂਬਲੀ ਸੀ, ਜਿਹੜੀ ਕੌਂਸਟੀਟਿਊਸ਼ਨ ਬਣਾਉਣ ਲਈ ਇੱਕ ਅਸੈਂਬਲੀ ਬਣਾਈ ਗਈ ਸੀ, ਉਹਨਾਂ ਨੇ ਆਪਣਾ ਸੰਵਿਧਾਨ ਦਾ ਕੰਮ ਜਿਹੜਾ ਆ ਪੂਰਾ ਕਰਕੇ ਉਸ ਵੇਲੇ ਜਵਾਹਰ ਲਾਲ ਨਹਿਰੂ ਜੀ ਨੂੰ, ਜੋ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀ, ਉਹਨਾਂ ਨੂੰ ਸੌਂਪ ਦਿੱਤਾ ਸੀ। ਸੋ ਹੁਣ ਆਪਾਂ ਗੱਲ ਕਰਦੇ ਹਾਂ ਫੰਡਾਮੈਂਟਲ ਰਾਈਟਸ ਜਿਹੜੇ ਆ, ਇਹਨਾਂ ਦੀ ਕੀ ਇੰਪੋਰਟੈਂਸ ਆ, ਕਿਉਂ ਲੱਗਾ ਵੀ ਮੌਲਿਕ ਅਧਿਕਾਰ ਹੋਣੇ ਚਾਹੀਦੇ ਆ, ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ। ਮੌਲਿਕ ਅਧਿਕਾਰ ਜਿਹੜੇ, ਇਹ ਇੱਕ ਚਾਰਟਰ ਆ, ਇੱਕ ਜਿਹੜਾ ਸਾਡੇ ਭਾਰਤ ਦਾ ਸੰਵਿਧਾਨ ਦਾ ਤੀਸਰਾ ਪਾਰਟ ਹੈ, 3rd ਪਾਰਟ ਹੈ ਜਿਹੜਾ, ਉਹ ਇਟ ਡੀਲਸ ਵਿਦ ਦਾ ਚਾਰਟਰ ਆਫ ਰਾਈਟਸ, ਜਿਹਦੇ 'ਚ ਫੰਡਾਮੈਂਟਲ ਰਾਈਟਸ ਆ, ਚਾਰਟਰ ਬਣਿਆ ਹੋਇਆ, ਮੌਲਿਕ ਅਧਿਕਾਰਾਂ ਦੀ ਗੱਲ ਕੀਤੀ ਹੋਈ ਉਹਦੇ ਵਿੱਚ। ਇਹ ਜਿਹੜੇ ਮੌਲਿਕ ਅਧਿਕਾਰ ਹੈ, ਇਹ ਨਾਗਰਿਕ ਦੀ ਆਜ਼ਾਦੀ ਦੀ ਗਰੰਟੀ ਦਿੰਦੇ ਆ। ਜਿਹੜੇ ਇਹ ਮੌਲਿਕ ਅਧਿਕਾਰ ਆ, ਇਹ ਨਾਗਰਿਕਾਂ ਨੂੰ ਸ਼ਾਂਤੀ ਦੇ ਨਾਲ
ਕਿਸ ਤਰ੍ਹਾਂ ਉਹ ਇੱਕ ਦੇਸ਼ ਦੇ ਵਿੱਚ ਵਧੀਆ ਜ਼ਿੰਦਗੀ ਜੀ ਸਕਦੇ ਹੈ, ਉਹਦੇ ਬਾਰੇ ਦੱਸਦੇ ਹੈ। ਜਿਹੜੇ ਮੌਲਿਕ ਅਧਿਕਾਰ ਹੈ, ਇਹ ਹਰੇਕ ਨਾਗਰਿਕ ਨੂੰ, ਭਾਰਤ ਦੇ ਹਰੇਕ ਨਾਗਰਿਕ ਨੂੰ, ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ, ਧਰਮ ਦਾ ਹੋਵੇ, ਕਿਸੇ ਵੀ ਵਰਗ ਦਾ ਹੋਵੇ, ਕਿਸੇ ਵੀ ਨਸਲ ਦਾ ਹੋਵੇ, ਕਿਸੇ ਵੀ ਸੈਕਸ ਦਾ ਹੋਵੇ, ਮੇਲ ਹੋਵੇ, ਫੀਮੇਲ ਹੋਵੇ, ਅਨਪੜ੍ਹ ਹੋਵੇ, ਪੜ੍ਹਿਆ ਲਿਖਿਆ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਸਾਰਿਆਂ ਨੂੰ ਇਹ ਜਿਹੜੇ ਅਧਿਕਾਰ ਆ ਬਿਨਾਂ ਕਿਸੇ ਭੇਦਭਾਵ ਤੋਂ ਦਿੱਤੇ ਗਏ ਆ। ਮੌਲਿਕ ਅਧਿਕਾਰਾਂ ਦੀਆਂ ਕੁਛ ਵਿਸ਼ੇਸ਼ਤਾਵਾਂ ਜਿਹੜੀਆਂ ਇਹਨਾਂ ਨੂੰ ਸਾਡੇ ਸੰਵਿਧਾਨ ਦੇ ਵਿੱਚ ਸਪੈਸ਼ਲ ਬਣਾਉਂਦੀਆਂ ਆ, ਉਹ ਕੀ ਹੈ ਕਿ ਇਹ ਜਿਹੜੇ ਆ ਮੌਲਿਕ ਅਧਿਕਾਰਾਂ ਦੀ ਜਿਹੜੀ ਡਿਸਕ੍ਰਿਪਸ਼ਨ ਆ, ਬੜਾ ਡਿਟੇਲ ਦੇ ਵਿੱਚ ਇਹਨੂੰ ਬਣਾਇਆ ਗਿਆ ਆ। ਕੋਈ ਵੀ ਤੁਸੀਂ ਵੀ ਜਦੋਂ ਕੱਲ੍ਹ ਨੂੰ ਟਾਈਮ ਮਿਲੇ, ਕਿਤੇ ਵੱਡੇ ਹੋ ਕੇ ਲੱਗੇ ਵੀ ਆਪਾਂ ਦੇਖੀਏ ਮੌਲਿਕ ਅਧਿਕਾਰ ਸਾਡੇ ਕੀ ਕਹਿੰਦੇ ਆ, ਤਾਂ ਆਪਾਂ ਇਹਨਾਂ ਦੀ ਡਿਟੇਲਡ ਡਿਸਕ੍ਰਿਪਸ਼ਨ ਸੰਵਿਧਾਨ ਦੇ ਵਿੱਚ ਪੜ੍ਹ ਸਕਦੇ ਹਾਂ। ਦੂਸਰੀ ਇਹਦੀ ਵਿਸ਼ੇਸ਼ਤਾ ਹੈ ਕਿ ਫੰਡਾਮੈਂਟਲ ਰਾਈਟਸ ਅਪਲਾਈ ਇਕੁਅਲੀ ਟੂ ਸਟੇਟ ਐਂਡ ਲੋਕਲ ਗਵਰਨਮੈਂਟਸ। ਫੰਡਾਮੈਂਟਲ ਰਾਈਟਸ ਜਿਹੜੇ ਆ ਇਹ ਸਾਰੇ ਨਾਗਰਿਕਾਂ ਲਈ, ਚਾਹੇ ਉਹ ਕਿਸੇ ਸਟੇਟ ਵਿੱਚ ਰਹਿੰਦੇ ਆ, ਚਾਹੇ ਉਹ ਕਿਸੇ ਯੂਟੀ 'ਚ ਰਹਿ ਰਹੇ ਆ, ਚਾਹੇ ਕੋਈ ਦਿੱਲੀ 'ਚ ਰਹਿੰਦਾ ਆ, ਚਾਹੇ ਯੂਪੀ ਰਹਿ ਰਿਹਾ ਆ, ਚਾਹੇ ਆਪਾਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਇਹ ਸਾਰਿਆਂ ਨੂੰ ਇਕੁਅਲੀ ਦਿੱਤੇ ਗਏ ਆ। ਇਹ ਸਾਰਿਆਂ ਨੂੰ ਇਕੁਅਲੀ ਮਿਲਣਗੇ। ਜ਼ਰੂਰੀ ਨਹੀਂ ਹੁਣ ਜੇ ਮੈਂ ਪੰਜਾਬ 'ਚ ਆ ਤਾਂ ਮੈਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਆ, ਅਤੇ ਜਿਹੜੇ ਬਿਹਾਰ ਦੇ ਵਿੱਚ ਆ ਉਹਨਾਂ ਨੂੰ ਨਹੀਂ ਹੈਗਾ। ਨੋ, ਇਹ ਸਾਰਿਆਂ ਲਈ ਇਕੁਅਲੀ ਅਪਲਾਈ ਹੁੰਦੇ ਆ। ਤੀਸਰੀ ਜਿਹੜੀ ਇਹਦੀ ਵਿਸ਼ੇਸ਼ਤਾ ਆ ਕਿ ਜਿਹੜੇ ਇਹ ਰਾਈਟਸ ਆ, ਦੇयर ਇਜ਼ ਡਿਫਰੈਂਸ ਬਿਟਵੀਨ ਦਾ ਰਾਈਟਸ ਆਫ ਇੰਡੀਅਨ ਨੈਸ਼ਨਲਸ ਐਂਡ ਦਾ ਏਲੀਅਨਸ। ਵੀ ਜਿਹੜੇ ਮੌਲਿਕ ਅਧਿਕਾਰ ਆ ਉਹ ਸਿਰਫ ਭਾਰਤੀ ਨਾਗਰਿਕਾਂ ਨੂੰ ਦਿੱਤੇ ਆ, ਏਲੀਅਨਸ ਨੂੰ ਨਹੀਂ ਦਿੱਤੇ ਹੋਏ। ਜਿਹੜੇ ਬਾਹਰੋਂ ਵਿਦੇਸ਼ੀ ਆ ਕੇ ਰਹਿੰਦੇ ਆ ਉਹਨਾਂ ਨੂੰ ਕੁਛ ਕੁ ਅਧਿਕਾਰ ਦਿੱਤੇ ਆ, ਕੁਛ ਨਹੀਂ ਦਿੱਤੇ ਗਏ। ਫੰਡਾਮੈਂਟਲ ਰਾਈਟਸ ਤਾਂ ਬਿਲਕੁਲ ਵੀ ਨਹੀਂ ਦਿੱਤੇ ਗਏ। ਕੁਛ ਇਹਨਾਂ ਦੇ ਵਿੱਚੋਂ ਕੁਛ ਹਿੱਸਾ ਦਿੱਤਾ ਗਿਆ ਆ ਉਹਨਾਂ ਨੂੰ, ਸਾਰੇ ਨਹੀਂ ਦਿੱਤੇ ਗਏ। ਡਿਫਰੈਂਸ ਆ ਉਹਦੇ ਵਿੱਚ। ਚੌਥੀ ਇਹਦੀ ਵਿਸ਼ੇਸ਼ਤਾ, ਰਾਈਟਸ ਆਰ ਨਾਟ ਐਬਸੋਲਿਊਟ ਐਂਡ ਅਨਲਿਮਿਟਿਡ। ਜਿਹੜੇ ਇਹ ਅਧਿਕਾਰ ਆ ਇਹ ਅਸੀਮਿਤ ਨਹੀਂ ਹੈਗੇ। ਅਸੀਮਿਤ ਮਤਲਬ ਵੀ ਇਹਨਾਂ ਦਾ ਇੱਕ ਨੰਬਰ ਆ, ਵੀ ਜੇ 6 ਮੌਲਿਕ ਅਧਿਕਾਰ ਆ ਤਾਂ 6 ਹੀ ਹੈ। 6 ਦੇ ਆਪਾਂ 12 ਨਹੀਂ ਬਣਾ ਕੇ ਦੱਸ ਸਕਦੇ ਕਿਸੇ ਨੂੰ, 6 ਦੇ 8 ਨਹੀਂ ਹੋ ਸਕਦੇ। 7 ਸੀਗੇ ਪਹਿਲੇ। ਰਾਈਟ ਟੂ ਪ੍ਰੋਪਰਟੀ ਹੁੰਦਾ ਸੀਗਾ, ਬਾਅਦ 'ਚ ਉਹਨੂੰ ਫਿਰ ਜਦੋਂ ਸਾਡੇ ਦੇਸ਼ 'ਚ 44th ਅਮੈਂਡਮੈਂਟ ਹੋਈ ਸੀਗੀ, ਉਹਨੂੰ ਫਿਰ ਦੂਸਰੇ ਪਾਸੇ ਮਰਜ ਕਰ ਦਿੱਤਾ ਗਿਆ ਸੀ ਡਾਇਰੈਕਟਿਵ ਪ੍ਰਿੰਸੀਪਲਸ ਦੇ ਵਿੱਚ। ਤਾਂ ਇਸ ਕਰਕੇ ਇਸ ਵੇਲੇ ਐਟ ਪ੍ਰੈਜ਼ੈਂਟ ਜਿਹੜੇ ਸਾਡੇ ਮੌਲਿਕ ਅਧਿਕਾਰ ਹੈ ਉਹ 6 ਦਿੱਤੇ ਗਏ ਆ। ਉਹਨਾਂ ਬਾਰੇ ਆਪਾਂ ਫਿਰ ਗੱਲ ਕਰਾਂਗੇ। ਪੰਜਵੀਂ ਇਹਦੀ ਵਿਸ਼ੇਸ਼ਤਾ ਕੀ ਹੈ ਕਿ ਜਿਹੜੇ ਪਾਰਲੀਮੈਂਟ ਆ, ਸੰਸਦ ਆ, ਜਿਹੜੀ ਸਾਡੀ ਮੇਨ ਸੰਸਦ ਆ, ਦਿੱਲੀ ਵਿੱਚ ਆ ਪਾਰਲੀਮੈਂਟ, ਤੁਸੀਂ ਸਾਰੇ ਹੀ ਜਾਣਦੇ ਹੋ। ਤਾਂ ਜਿਹੜੀ ਪਾਰਲੀਮੈਂਟ ਆ ਉਹ ਫੰਡਾਮੈਂਟਲ ਰਾਈਟਸ ਨੂੰ ਅਮੈਂਡ ਕਰ ਸਕਦੀ ਹੈ। ਇਹਦੇ ਵਿੱਚ ਥੋੜ੍ਹਾ ਬਹੁਤ ਬਦਲਾਵ ਕਰ ਸਕਦੀ ਹੈ। ਇਹਨੂੰ ਪੂਰੀ ਤਰ੍ਹਾਂ ਬਦਲ ਨਹੀਂ ਸਕਦੀ, ਥੋੜ੍ਹਾ ਬਹੁਤ ਬਦਲਾਵ ਕਰ ਸਕਦੀ ਹੈ। ਕਦੋਂ? ਅੰਡਰ ਦਾ ਬੇਸਿਕ ਸਟਰਕਚਰ ਆਫ ਕੌਨਸਟੀਟਿਊਸ਼ਨ। ਕੌਨਸਟੀਟਿਊਸ਼ਨ ਦੇ ਵਿੱਚ ਇਹਦੇ ਵਾਸਤੇ ਵੀ ਕੰਡੀਸ਼ਨਸ ਦੱਸੀਆਂ ਗਈਆਂ ਆ। ਹਰ ਚੀਜ਼ ਦਾ ਜਿੱਦਾਂ ਹੱਲ ਉਸ ਸੰਵਿਧਾਨ ਦੇ ਵਿੱਚ ਹੈ, ਵੀ ਕਿਹੜੀ ਧਾਰਾ ਨੂੰ ਕਿਹੜੇ ਹਾਲਾਤਾਂ ਵਿੱਚ ਆਪਾਂ ਬਦਲ ਸਕਦੇ ਹਾਂ। ਤਾਂ ਪਾਰਲੀਮੈਂਟ ਇਹਨਾਂ ਨੂੰ ਚੇਂਜ ਤਾਂ ਕਰ ਸਕਦੀ ਹੈ, ਪਰ ਉਸ ਹਦਾਇਤਾਂ ਦੇ ਅਨੁਸਾਰ। ਆਪਣੀ ਮਰਜ਼ੀ ਨਾਲ ਨਹੀਂ ਆਪਾਂ ਇਹਦੇ ਵਿੱਚ ਕੋਈ ਵੀ ਬਦਲਾਅ ਕਰ ਸਕਦੇ। ਪਾਰਲੀਮੈਂਟ ਕੈਨ ਆਲਸੋ ਰਿਸਟ੍ਰਿਕਟ ਫੰਡਾਮੈਂਟਲ ਰਾਈਟਸ ਰਿਗਾਰਡਿੰਗ ਦਾ ਸੋਸ਼ਲ ਸਿਕਿਉਰਿਟੀ। ਦੇਸ਼ 'ਚ ਕਿਸੇ ਵੇਲੇ ਜੇ ਸੁਰੱਖਿਆ ਦਾ ਕੋਈ ਸਵਾਲ ਪੈਦਾ ਹੁੰਦਾ ਹੈ ਜਾਂ ਐਮਰਜੈਂਸੀ ਕਿਤੇ ਡਿਕਲੇਅਰ ਹੁੰਦੀ ਹੈ, ਕਿਤੇ ਨੈਸ਼ਨਲ ਐਮਰਜੈਂਸੀ ਆ ਜਾਂਦੀ ਹੈ, ਤਾਂ ਜਿਹੜੀ ਸੰਸਦ ਆ, ਸਾਡੇ ਜਿਹੜੇ ਮੌਲਿਕ ਅਧਿਕਾਰ ਆ, ਇਹ ਸਾਰਿਆਂ ਦੇ ਉੱਤੇ ਕੀ ਹੈ, ਰੋਕ ਲਗਾਈ ਜਾ ਸਕਦੀ ਹੈ। ਸਾਡੇ ਦੇਸ਼ ਦੇ ਵਿੱਚ ਜਿਹੜਾ ਆਰਟੀਕਲ 19 ਹੈ ਉਹ ਟੋਟਲੀ ਜਿਹੜਾ ਆ ਖ਼ਤਮ ਕੀਤਾ ਜਾ ਸਕਦਾ ਆ ਨੈਸ਼ਨਲ ਐਮਰਜੈਂਸੀ ਦੇ ਟਾਈਮ 'ਤੇ। ਜਿਹੜਾ 20ਵਾਂ ਅਤੇ 21ਵਾਂ ਆਰਟੀਕਲ ਆ ਉਹਨੂੰ ਆਪਾਂ ਖ਼ਤਮ ਕਦੇ ਵੀ ਨਹੀਂ ਕਰ ਸਕਦੇ, ਚਾਹੇ ਐਮਰਜੈਂਸੀ ਹੋਵੇ ਚਾਹੇ ਨਾ ਹੋਵੇ। ਫੰਡਾਮੈਂਟਲ ਰਾਈਟਸ ਆਰ ਜਸਟੀਫੀਏਬਲ।
ਫੰਡਾਮੈਂਟਲ ਰਾਈਟਸ ਆਰ ਜਸਟਿਸੀਏਬਲ, ਵੀ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਆ, ਜਿਹਦੇ ਵਿੱਚ ਕੋਈ ਸਾਡੇ ਨਾਲ ਛੇੜਖਾਨੀ ਕਰਦਾ ਆ, ਕੋਈ ਰਾਹ ਦੇ ਵਿੱਚ ਰੁਕਾਵਟ ਬਣਦਾ ਆ, ਤਾਂ ਇਹਨਾਂ ਵਾਸਤੇ ਫਿਰ ਆਪਾਂ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹਾਂ, ਕਿਉਂਕਿ ਇਹਨਾਂ ਦੀ ਸੁਣਵਾਈ ਹੈਗੀ ਹੈ। ਹੁਣ ਇੰਨੇ ਫੰਡਾਮੈਂਟਲ ਰਾਈਟਸ ਦੀਆਂ ਇੰਨੀਆਂ ਵਿਸ਼ੇਸ਼ਤਾ ਪੜ੍ਹਨ ਤੋਂ ਬਾਅਦ ਮੈਨੂੰ ਲੱਗਦਾ ਕਿ ਆਪਾਂ ਨੂੰ ਕਲੀਅਰ ਹੋ ਗਿਆ ਹੋਊਗਾ ਵੀ ਕਿਉਂ ਇਹਦੀ ਜ਼ਰੂਰਤ ਪਈ, ਕਿਉਂ ਲੱਗਦਾ ਆ ਵੀ ਮੌਲਿਕ ਅਧਿਕਾਰ ਦਿੱਤੇ ਜਾਣੇ ਚਾਹੀਦੇ ਆ। ਜਿਹੜੀਆਂ ਇੰਨੀਆਂ ਵਧੀਆ ਵਿਸ਼ੇਸ਼ਤਾਵਾਂ ਹੋਣ, ਕੀ ਕਾਰਨ ਰਹੇ ਹੋਊਗੇ, ਕਿਉਂ ਜ਼ਰੂਰਤ ਮਹਿਸੂਸ ਹੋਈ ਉਸ ਵੇਲੇ ਡਰਾਫਟਿੰਗ ਕਮੇਟੀ ਨੂੰ ਵੀ ਹਰ ਭਾਰਤੀ ਨਾਗਰਿਕ ਨੂੰ, ਚਾਹੇ ਉਹ ਕਿਸੇ ਵੀ ਜਾਤੀ ਦਾ, ਧਰਮ ਦਾ ਹੈਗਾ ਆ, ਪੜ੍ਹਿਆ ਲਿਖਿਆ ਆ, ਚਾਹੇ ਅਨਪੜ੍ਹ ਆ, ਚਾਹੇ ਉਹ ਪਿੰਡਾਂ 'ਚ ਰਹਿ ਰਿਹਾ, ਸ਼ਹਿਰ 'ਚ ਰਹਿ ਰਿਹਾ, ਕਿਉਂ ਮੌਲਿਕ ਅਧਿਕਾਰਾਂ ਦੀ ਲੋੜ ਮਹਿਸੂਸ ਹੋਈ। ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਜਿਹੜੇ ਫੰਡਾਮੈਂਟਲ ਰਾਈਟਸ ਆ ਉਹ ਕਿਉਂ ਲੋੜ ਮਹਿਸੂਸ ਹੋਈ, ਤਾਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਐਵਰੀ ਇੰਡੀਵਿਜੂਅਲ ਹੈਜ਼ ਸਰਟਨ ਬੇਸਿਕ inalienable rights, and it is the function of the state to protect, preserve and nourish these rights. ਹਰੇਕ ਵਿਅਕਤੀ ਦੇ ਕੋਲ ਕੁਛ ਬੁਨਿਆਦੀ ਅਧਿਕਾਰ ਹੁੰਦੇ ਆ, ਅਟੁੱਟ ਬੁਨਿਆਦੀ ਅਧਿਕਾਰ ਹੁੰਦੇ ਆ, ਜਿਨ੍ਹਾਂ ਦੀ ਉਹਨੂੰ ਹਮੇਸ਼ਾ ਹੀ ਲੋੜ ਰਹਿੰਦੀ ਹੈ, ਅਤੇ ਇਹ ਸਰਕਾਰ ਦੀ ਜਾਂ ਸਟੇਟ ਦੀ ਡਿਊਟੀ ਹੈ, ਉਸ ਰਾਜ ਦੀ ਡਿਊਟੀ ਹੈ ਕਿ ਉਹ ਇਹਨਾਂ ਅਧਿਕਾਰਾਂ ਨੂੰ ਪ੍ਰੋਟੈਕਟ ਕਰੇ, ਬਚਾ ਕਰੇ, ਇਹਨਾਂ ਦੀ ਰੱਖਿਆ ਕਰੇ। These are the rights or freedoms which are necessary for overall development of a person. ਇਹ ਵਾਲੇ ਅਧਿਕਾਰ ਜਾਂ ਇਹ ਜਿਹੜੀ ਸੁਤੰਤਰਤਾ ਆ, ਇਹ ਜ਼ਰੂਰੀ ਹੈ ਕਾਹਦੇ ਵਾਸਤੇ? ਬੰਦੇ ਦੇ ਸਰਵਪੱਖੀ ਵਿਕਾਸ ਲਈ। ਹੁਣ ਤੁਸੀਂ ਦੇਖੋ, ਕੋਈ ਬੱਚਾ ਜੇ ਆਪਾਂ ਉਹਨੂੰ ਪੜ੍ਹਨ ਦਾ ਅਧਿਕਾਰ ਨਹੀਂ ਦਿੰਦੇ, ਹੈ ਨਾ, ਉਹ ਪੜ੍ਹਨਾ ਚਾਹੁੰਦਾ ਆ, ਅਸੀਂ ਉਹਨੂੰ ਪੜ੍ਹਨ ਦਾ ਅਧਿਕਾਰ ਨਹੀਂ ਦਿੰਦੇ ਉਹਦੀ ਜਾਤੀ ਕਰਕੇ ਜਾਂ ਕਹਿ ਲਓ ਉਹਦੀ ਪੇਂਡੂ ਬੈਕਗਰਾਊਂਡ ਕਰਕੇ, ਤਾਂ ਉਹ ਬੱਚਾ ਬਾਕੀ ਕੰਮਾਂ 'ਚ ਤਾਂ ਉਹਦੀ ਡਿਵੈਲਪਮੈਂਟ ਹੋ ਜੂਗੀ, ਪਰ ਜਿਹੜੀ ਉਹਦੀ ਮੈਂਟਲ ਡਿਵੈਲਪਮੈਂਟ ਹੋਣੀ ਆ, ਪੜ੍ਹ ਕੇ ਹੋਣੀ ਆ, ਉਹ ਰੁਕ ਸਕਦੀ ਹੈ। ਸਰਵਪੱਖੀ ਵਿਕਾਸ ਦਾ ਮਤਲਬ ਹੁੰਦਾ ਵੀ ਸਾਰੇ ਪਾਸੇ ਵੱਲ, ਹਰ ਪਾਸੇ ਵੱਲ ਡਿਵੈਲਪਮੈਂਟ ਹੋਵੇ, ਬੱਚੇ ਦਾ ਮੈਂਟਲੀ ਵਿਕਾਸ ਵੀ ਹੋਇਆ ਹੋਵੇ, ਸੋਸ਼ਲੀ ਵੀ ਉਹ ਸਮਾਜ ਦੇ ਵਿੱਚ ਕਿੱਦਾਂ ਰਹਿਣਾ ਆ ਉਹਨੂੰ ਇਹ ਵੀ ਪਤਾ ਹੋਵੇ, ਮਾਨਸਿਕ ਤੌਰ 'ਤੇ ਵੀ ਉਹ ਸਟਰੋਂਗ ਹੋਵੇ। ਮਤਲਬ ਕਿਸੇ ਕਿੱਦਾਂ ਦੀ ਵੀ ਪਰੇਸ਼ਾਨੀ ਆ ਜਾਵੇ, ਉਹਨਾਂ ਦੇ ਹਾਲਾਤਾਂ ਨੂੰ ਉਹ ਮਜ਼ਬੂਤੀ ਦੇ ਨਾਲ ਸਟਰੋਂਗ ਹੋ ਕੇ ਉਹਨਾਂ ਹਾਲਾਤਾਂ ਦਾ ਮੁਕਾਬਲਾ ਕਰ ਸਕੇ। ਸੂਰਜ ਡੁੱਬਣ ਦੇ ਨਾਲ ਆਪਾਂ ਇਹ ਨਹੀਂ ਦੇਖਦੇ ਵੀ ਦਿਨ ਡੁੱਬ ਗਿਆ ਤਾਂ ਆਪਾਂ ਉਦਾਸ ਨਹੀਂ ਹੁੰਦੇ। ਰਾਤ ਨੂੰ ਇੱਕ ਦੀਵਾ ਸਾਨੂੰ ਦੱਸ ਦਿੰਦਾ ਆ ਵੀ ਜੇ ਸੂਰਜ ਚਲਾ ਗਿਆ ਕੋਈ ਗੱਲ ਨਹੀਂ, ਮੈਂ ਹੈਗਾ ਆ ਰਾਤ ਨੂੰ ਰਾਹ ਦਿਖਾਉਣ ਲਈ। ਸੋ ਮਾੜੇ ਹਾਲਾਤਾਂ ਤੋਂ ਪਰੇਸ਼ਾਨ ਨਾ ਹੋ ਜਾਵੇ ਇੱਕਦਮ ਬੱਚਾ, ਇੱਕਦਮ ਕੋਈ ਵੀ ਇਨਸਾਨ ਇੱਦਾਂ ਦੇ ਹਾਲਾਤਾਂ ਤੋਂ ਪਰੇਸ਼ਾਨ ਨਾ ਹੋਵੇ। ਓਵਰਆਲ ਡਿਵੈਲਪਮੈਂਟ ਵਾਸਤੇ ਇਹ ਅਧਿਕਾਰ ਜ਼ਰੂਰੀ ਹੈ। ਜਿਹੜਾ ਭਾਰਤੀ ਸੰਵਿਧਾਨ ਦਾ ਤੀਸਰਾ ਪਾਠ ਹੈਗਾ ਆ, ਉਹ ਮੌਲਿਕ ਅਧਿਕਾਰਾਂ ਨਾਲ ਸੰਬੰਧ ਰੱਖਦਾ ਆ, ਅਤੇ ਉਹ ਇੱਕ ਤਰ੍ਹਾਂ ਦੀ ਗਾਰੰਟੀ ਹੈ, ਇੱਕ ਤਰ੍ਹਾਂ ਦੀ ਲੋਕਾਂ ਨੂੰ ਇਹਨੇ ਗਾਰੰਟੀ ਦਿੱਤੀ ਹੋਈ ਹੈ ਵੀ ਅਸੀਂ ਇਹਨਾਂ ਅਧਿਕਾਰਾਂ ਦੀ ਹਰ ਤਰੀਕੇ ਦੇ ਨਾਲ ਰੱਖਿਆ ਕਰਾਂਗੇ। ਕੁਛ ਜਿਹੜੇ ਅਧਿਕਾਰ ਆ, some of these rights are available to every person irrespective of his her nationality। ਜਿਹੜੇ ਕੁਛ ਅਧਿਕਾਰ ਆ ਸਾਰਿਆਂ ਵਾਸਤੇ ਹੈਗੇ ਆ, ਚਾਹੇ ਉਹ ਕਿਸੇ ਵੀ ਨੈਸ਼ਨੈਲਿਟੀ ਦੇ ਹੋਣ। ਜਿੱਦਾਂ ਜੀਣ ਦਾ ਅਧਿਕਾਰ ਆ, ਠੀਕ ਹੈ, ਇਹ ਸਾਰਿਆਂ ਨੂੰ ਮਿਲਿਆ ਹੋਇਆ ਆ। ਕੁਦਰਤੀ ਅਧਿਕਾਰ ਦੀ ਆਪਾਂ ਗੱਲ ਕਰਦੇ ਵੀ ਸਭ ਨੂੰ ਮਿਲਿਆ ਹੋਇਆ। These rights are freedoms guaranteed, but these freedoms are not absolute but are justifiable। ਇਹ ਰਾਈਟ ਸੁਤੰਤਰਤਾ ਦੀ ਗਰੰਟੀ ਤਾਂ ਦਿੰਦੇ ਆ, ਪਰ ਅਸੀਮਿਤ ਸੁਤੰਤਰਤਾ ਨਹੀਂ ਵੀ ਤੁਸੀਂ ਅਸੀਂ ਜੇ ਕਹੀਏ, ਕੋਈ ਬੱਚਾ ਕਹਿੰਦਾ ਜੀ ਮੈਨੂੰ ਸੁਤੰਤਰਤਾ ਦਿਓ, ਮੈਂ ਜੋ ਚਾਹਵਾਂ ਮਰਜ਼ੀ ਕਰ ਸਕਾਂ,
ਇੱਦਾਂ ਦੀ ਸੁਤੰਤਰਤਾ ਨਹੀਂ, ਮਰਜ਼ੀ ਵਾਲੀ ਨਹੀਂ, ਉਹ ਵਾਲੀ ਸੁਤੰਤਰਤਾ ਜਿਹਦੇ ਕਰਨ ਨਾਲ ਤੁਹਾਨੂੰ ਵੀ ਨੁਕਸਾਨ ਨਾ ਹੋਵੇ ਜਾਂ ਕਿਸੇ ਦੂਸਰੇ ਨੂੰ ਨੁਕਸਾਨ ਵੀ ਨਾ ਹੋਵੇ। ਹੁਣ ਆਪਾਂ ਦੇਖਦੇ ਹਾਂ ਕਰੋਨਾ ਵਰਗੀ ਬਿਮਾਰੀ ਜਿਹੜੀ ਹੈ, ਕਰੋਨਾ ਸਾਨੂੰ ਦੇਖੋ ਕਿੰਨੇ ਚਿਰ ਤੋਂ ਆਪਾਂ ਮਾਰਚ ਦੇ ਘਰਾਂ 'ਚ ਬੈਠੇ ਹੋਏ ਹਾਂ, ਹੈ ਨਾ। ਸਰਕਾਰਾਂ ਦੀ ਪੂਰੀ ਕੋਸ਼ਿਸ਼ ਹੈ ਵੀ ਇਹ ਬਿਮਾਰੀ ਜ਼ਿਆਦਾ ਨਾ ਫੈਲੇ। ਉਹਦੇ ਵਾਸਤੇ ਲੋਕਡਾਊਨ ਕੀਤਾ ਗਿਆ, ਜਨਤਾ ਕਰਫਿਊ ਲਗਾਇਆ ਗਿਆ। ਲੋਕੀ ਫੇਰ ਵੀ ਆ ਦੇਖੋ ਹੁਣ ਲੋਕਾਂ ਨੂੰ ਆਜ਼ਾਦੀ ਦੇ ਦਿੱਤੀ, ਥੋੜ੍ਹਾ ਜਿਹਾ ਵੀ ਤੁਸੀਂ ਆਪਣੇ ਕੰਮ ਕਾਰ ਕਰ ਲਓ। ਹੁਣ ਜਿਨ੍ਹਾਂ ਲੋਕਾਂ ਨੇ ਕੰਮਾਂ 'ਤੇ ਜਾਣਾ ਉਹਨਾਂ ਨੇ ਤਾਂ ਜਾਣਾ ਹੀ ਜਾਣਾ ਹੈ, ਪਰ ਕਈ ਲੋਕੀ ਉੱਦਾਂ ਹੀ ਬੇਫਜ਼ੂਲਾ ਘੁੰਮੀ ਜਾਂਦੇ ਆ। ਇੱਦਾਂ ਦੀ ਆਜ਼ਾਦੀ ਨਹੀਂ ਦਿੱਤੀ ਜਾ ਸਕਦੀ। ਫੰਡਾਮੈਂਟਲ ਰਾਈਟਸ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਵੀ ਜਿਹਦੇ ਨਾਲ ਦੂਸਰੇ ਨੂੰ ਨੁਕਸਾਨ ਹੋਵੇ। ਤੁਸੀਂ ਜੇ ਅਸੀਂ ਸਾਡੀ ਆਜ਼ਾਦੀ ਨਾਲ ਕਿਸੇ ਦੂਸਰੇ ਨੂੰ ਨੁਕਸਾਨ ਹੁੰਦਾ ਆ ਤਾਂ ਜਿਹੜਾ ਬੰਦਾ ਨੁਕਸਾਨ ਝੱਲ ਰਿਹਾ ਆ ਉਹ ਇਹਦੇ ਵਾਸਤੇ ਫਿਰ ਜਸਟਿਸ ਵਾਸਤੇ ਉਹ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਹੈ। ਸੋ ਦੀਜ਼ ਰਾਈਟਸ ਆਰ ਜਸਟੀਫੀਏਬਲ। ਫੰਡਾਮੈਂਟਲ ਰਾਈਟਸ ਦੀ ਜਿਹੜੀ ਫਿਰ ਹੋਰ ਜ਼ਿਆਦਾ ਜ਼ਰੂਰਤ ਕਿਉਂ ਮਹਿਸੂਸ ਹੋਈ ਕਿ ਦੀਜ਼ ਰਾਈਟਸ ਰਿਸਟ੍ਰਿਕਟ ਦਾ ਆਟੋਕ੍ਰੇਸੀ ਆਫ ਦਾ ਗਵਰਨਮੈਂਟ। ਜਿਹੜੇ ਇਹ ਫੰਡਾਮੈਂਟਲ ਰਾਈਟਸ ਹੈ, ਸਾਡੇ ਮੌਲਿਕ ਅਧਿਕਾਰ ਆ, ਜਦੋਂ ਇਹ ਸਾਡੇ ਕੋਲ ਹੈਗੇ ਆ ਤਾਂ ਸਰਕਾਰ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ। ਸਰਕਾਰ ਨੂੰ ਨਿਰੰਕੁਸ਼ ਹੋਣ ਤੋਂ ਰੋਕਦੇ ਆ ਫੰਡਾਮੈਂਟਲ ਰਾਈਟਸ, ਕਿਉਂਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ। ਸਰਕਾਰ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ ਕਿਉਂਕਿ ਪਾਵਰ ਜਿਹੜੀ ਹੈ ਉਹ ਲੋਕਾਂ ਦੇ ਹੱਥ ਵਿੱਚ ਆ। ਫੰਡਾਮੈਂਟਲ ਰਾਈਟਸ ਐਸਟੈਬਲਿਸ਼ ਅ ਸੈਕੂਲਰ ਸਟੇਟ ਇਨ ਇੰਡੀਆ। ਸੈਕੂਲਰ ਵਰਡ ਦਾ ਮਤਲਬ ਹੈ ਕਿ ਸਾਰੇ ਹੀ ਧਰਮਾਂ ਨੂੰ, ਸੈਕੂਲਰ ਹੈਗਾ ਹਰ ਧਰਮ ਦਾ ਬਰਾਬਰ ਇੱਜ਼ਤ ਮਾਣ ਕਰਨਾ। ਫੰਡਾਮੈਂਟਲ ਰਾਈਟਸ ਦੇ ਨਾਲ ਕੀ ਹੈ ਵੀ ਭਾਰਤ ਇੱਕ ਸੈਕੂਲਰ ਸਟੇਟ ਬਣ ਕੇ ਸਾਹਮਣੇ ਆਇਆ, ਜਿੱਥੇ ਕੋਈ ਇਕੱਲੇ ਕ੍ਰਿਸਚਨਸ ਜਾਂ ਇਕੱਲੇ ਮੁਸਲਿਮਸ ਜਾਂ ਹਿੰਦੂਆਂ ਦਾ ਬੋਲਬਾਲਾ ਨਹੀਂ ਹੈ। ਇੱਥੇ ਹਰ ਧਰਮ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਗਿਆ ਹੈ। ਫੰਡਾਮੈਂਟਲ ਰਾਈਟਸ ਪ੍ਰੋਟੈਕਟ ਦਾ ਰਾਈਟਸ ਆਫ ਮਾਈਨੋਰਿਟੀਜ਼। ਫੰਡਾਮੈਂਟਲ ਰਾਈਟ ਜਿਹੜੇ ਆ ਇਹ ਇਕੱਲੇ ਮੈਜੋਰਿਟੀ ਦੇ ਨਾਲ ਨਹੀਂ ਹੈ, ਮਾਈਨੋਰਿਟੀ ਦੇ ਹੱਕਾਂ ਦੀ ਰਾਖੀ ਵੀ ਕਰਦੇ ਆ। ਮਾਈਨੋਰਿਟੀ ਦੇ ਵਿੱਚ ਜਿੱਦਾਂ BCs ਆ ਜਾਂਦੇ ਆ, ਵਿਮਨ ਸੈਕਸ਼ਨ ਆ ਜਾਂਦਾ ਹੈ, ਵੀਕਰ ਸੈਕਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ, ਉਹਨਾਂ ਦੇ ਅਧਿਕਾਰਾਂ ਦੀ ਵੀ ਇਹ ਰਖਵਾਲੀ ਕਰਦੇ ਆ। ਫੰਡਾਮੈਂਟਲ ਰਾਈਟਸ ਆਰ ਦਾ ਫਾਊਂਡੇਸ਼ਨ ਆਫ ਇੰਡੀਅਨ ਡੈਮੋਕ੍ਰੇਸੀ। ਜਿਹੜੇ ਇਹ ਫੰਡਾਮੈਂਟਲ ਰਾਈਟਸ ਆ ਇਹ ਭਾਰਤੀ ਲੋਕਤੰਤਰ ਦੀ ਬੁਨਿਆਦ ਆ। ਡੈਮੋਕ੍ਰੇਸੀ ਦੇ ਵਿੱਚ ਹੀ ਫੰਡਾਮੈਂਟਲ ਰਾਈਟ ਦਿੱਤੇ ਜਾਂਦੇ ਆ। ਆਟੋਕ੍ਰੇਸੀ 'ਚ ਨਹੀਂ ਦੇ ਸਕਦੇ, ਤੁਸੀਂ ਡਿਕਟੇਟਰਸ਼ਿਪ ਦੇ ਵਿੱਚ ਵੀ ਨਹੀਂ ਦੇ ਸਕਦੇ। ਤਾਂ ਜਿਹੜੀ ਭਾਰਤੀ ਲੋਕਤੰਤਰ ਦਾ ਬੇਸ ਆ ਉਹ ਕੀ ਹੈ, ਇਹ ਫੰਡਾਮੈਂਟਲ ਰਾਈਟਸ ਆ। ਆਸ ਹੈ ਤੁਹਾਨੂੰ ਸਾਰਿਆਂ ਨੂੰ ਫੰਡਾਮੈਂਟਲ ਰਾਈਟਸ ਦਾ ਮੀਨਿੰਗ, ਉਹਦੀਆਂ ਕਿਸਮਾਂ, ਪਰਿਭਾਸ਼ਾ, ਇਹਦਾ ਵਿਸ਼ੇਸ਼ਤਾਵਾਂ, ਇਹਦੀ ਕਿਉਂ ਜ਼ਰੂਰਤ ਮਹਿਸੂਸ ਹੋਈ, ਕੀ ਉਦੇਸ਼ ਸੀਗਾ ਜਿਹਦੇ ਕਰਕੇ ਇਹ ਅਧਿਕਾਰ ਰੱਖੇ ਗਏ, ਸਮਝ ਆ ਗਏ ਹੋਊਗੇ। ਜੇ ਕਿਸੇ ਨੂੰ ਕੋਈ ਡਾਊਟ ਹੈ ਤਾਂ ਉਹਦੇ ਬਾਰੇ ਆਪਾਂ ਫਿਰ ਕੱਲ੍ਹ ਨੂੰ ਗੱਲ ਕਰਾਂਗੇ। ਫੰਡਾਮੈਂਟਲ ਰਾਈਟਸ ਦੀਆਂ ਕਿਸਮਾਂ ਬਾਰੇ ਆਪਾਂ ਕੱਲ੍ਹ ਪੜ੍ਹਾਂਗੇ।